ਟੂ ਆਲ ਮਾਈ ਵਿਊਅਰਸ ਔਨ ਮਾਈ YouTube ਚੈਨਲ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਪੰਜਾਬ ਦੀ ਦੇਣ ਜਾਂ ਪੰਜਾਬਸ ਕੰਟਰੀਬਿਊਸ਼ਨ ਟੂਵਰਡਸ ਟੂ ਦੀ ਸਟਰਗਲ ਆਫ ਫॉर ਆ ਫਰੀडम। ਅਸੀਂ ਅੱਜ ਇਹ 10ਵੀਂ ਕਲਾਸ ਦਾ ਗੱਲ ਕਰਾਂਗੇ, ਸਮਾਜਿਕ ਸਿੱਖਿਆ ਤੇ ਇਤਿਹਾਸ ਦਾ ਇਹ ਲਾਸਟ ਪਾਰਟ ਆ। ਇਹਦੇ ਨਾਲ ਸਾਡੀ ਜਿਹੜਾ ਇਤਿਹਾਸ ਪੋਰਸ਼ਨ ਆ ਉਹ ਵੀ ਕੰਪਲੀਟ ਹੋ ਚੁੱਕਿਆ ਵਾ। ਮੈਂ ਇਸ YouTube ਚੈਨਲ ਦੇ ਉੱਤੇ ਪੰਜਾਬੀ ਮੀਡੀਅਮ ਦਾ ਅਸੀਂ ਹੋਲ ਸਿਲੇਬਸ ਕੰਪਲੀਟ ਕਰ ਚੁੱਕੇ ਹਾਂ। SST ਦਾ ਰਿਹਾ ਰਿਮੇਨਿੰਗ ਜਿਹੜਾ ਇੰਗਲਿਸ਼ ਮੀਡੀਅਮ ਦਾ ਸਿਲੇਬਸ ਰਹਿ ਰਿਹਾ ਵਾ, ਉਹ ਹੌਲੀ ਹੌਲੀ ਯਾਨੀ ਕਿ ਥੋੜ੍ਹੇ ਜਿਹੇ ਟਾਈਮਸ ਦੇ ਵਿੱਚ ਗੈਪ ਦੇ ਵਿੱਚ ਮੈਂ ਉਹ ਕੰਪਲੀਟ ਕਰੂੰਗਾ। ਇਹਦੇ ਨਾਲ ਅਸੀਂ ਥੋੜ੍ਹੇ ਰਿਵੀਜ਼ਨ ਟੈਸਟ ਅਤੇ ਰਿਵੀਜ਼ਨ ਵਰਕ ਵੀ ਕਰਾਂਗੇ, ਜਿਹੜੇ ਕਿ ਨਵੇਂ ਜਿਹੜੀਆਂ ਰਿਵੀਜ਼ਨਸ ਥਿੰਕਸ ਆ ਰਹੀਆਂ ਨੇ ਜਾਂ ਮਾਡਲ ਟੈਸਟ ਪੇਪਰ ਅਪਲੋਡ ਹੋ ਰਹੇ ਨੇ, ਤਾਂ ਉਹਦੇ ਵੀ ਅਸੀਂ ਜਿਹੜੇ ਸੋਲਿਊਸ਼ਨ ਅਤੇ ਉਹਦੇ ਬਾਰੇ ਡਿਸਕਸ਼ਨ ਜਿਹੜੀ ਆ ਉਹ ਇਸੇ ਚੈਨਲ ਦੇ ਉੱਤੇ ਕਰਾਂਗੇ। ਤਾਂ ਤੁਸੀਂ ਸਾਰਿਆਂ ਨੇ ਇਸੇ ਚੈਨਲ ਨਾਲ ਜੁੜੇ ਰਹਿਣਾ ਅਤੇ ਵੱਧ ਤੋਂ ਵੱਧ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਅਤੇ ਸ਼ੇਅਰ ਕਰਨਾ, ਅਤੇ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਇਹਨੂੰ ਲਾਈਕ ਕਰਨਾ ਵੀ ਨਹੀਂ ਭੁੱਲਣਾ। ਚਲੋ ਸਟਾਰਟ ਕਰਦੇ ਹਾਂ ਸੈਸ਼ਨ ਨੂੰ। ਦੇਖੋ ਅਸੀਂ ਜਿਹੜੇ 6 ਕੁਐਸਚਨ ਸੀਗੇ ਸ਼ਾਰਟ ਉਹਦੇ ਬਾਰੇ ਡਿਸਕਸ ਕਰ ਚੁੱਕੇ ਸੀ। ਹੁਣ ਸਾਡਾ ਸਟਾਰਟ ਹੁੰਦਾ, ਦੇਖੋ, ਸ਼ਹੀਦ ਊਧਮ ਸਿੰਘ ਜੀ ਦਾ ਜਲ੍ਹਿਆਂਵਾਲੇ ਬਾਗ ਦੀ ਘਟਨਾ ਦਾ ਬਦਲਾ ਕਿਵੇਂ ਲਿਆ। ਸਾਰਿਆਂ ਨੂੰ ਪਤਾ ਵੀ ਸ਼ਹੀਦ ਊਧਮ ਸਿੰਘ ਜੀ ਜਿਹੜੇ ਸੀਗੇ ਉਹ ਪੱਕੇ ਦੇਸ਼ ਭਗਤ ਸੀਗੇ, ਅਤੇ ਉਹਨਾਂ ਨੇ ਜਦੋਂ ਜਲ੍ਹਿਆਂਵਾਲੇ ਬਾਗ ਦਾ ਸਾਕਾ ਦੇਖਿਆ ਸੀਗਾ, ਖੂਨੀ ਸਾਕਾ ਜਿਹੜਾ ਉਹਨਾਂ ਨੇ ਪੂਰਾ ਆਪਣੇ ਅੱਖੀਂ ਦੇਖਿਆ ਸੀਗਾ, ਤਾਂ ਉਹਨਾਂ ਨੇ ਨਿਸ਼ਚੈ ਕਰ ਲਿਆ ਸੀ ਵੀ ਉਹ ਕੀ ਆ ਇਸ ਕਾਂਡ ਦਾ ਬਦਲਾ ਲੈਣਗੇ। ਤਾਂ ਉਹਨਾਂ ਨੇ 21 ਸਾਲ ਬਾਅਦ ਉਸ ਚੀਜ਼ ਦਾ ਮੌਕਾ ਮਿਲਿਆ ਅਤੇ ਉਹਨਾਂ ਨੇ ਇੰਗਲੈਂਡ ਦੇ ਵਿੱਚ ਜਾ ਕੇ ਉੱਥੇ ਸਰ ਮਾਈਕਲ ਉਡਵੈਰ ਲੈਫਟੀਨੈਂਟ ਗਵਰਨਰ ਨੂੰ ਗੋਲੀ ਨਾਲ ਉਡਾ ਦਿੱਤਾ ਸੀ, ਅਤੇ ਜਲ੍ਹਿਆਂਵਾਲੇ ਹੱਤਿਆਕਾਂਡ ਦਾ ਜਿਹੜਾ ਅਧਿਕਾਰੀ ਜਿਹੜਾ ਕਿ ਉੱਤਰਦਾਈ ਸੀਗਾ, ਜਿਹਨੇ ਕਿ ਉੱਥੇ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ ਸੀਗਾ, ਉਹਨੂੰ ਮਾਰ ਕੇ ਆਪਣੀ ਦੇਸ਼ ਭਗਤੀ ਨੂੰ ਸ਼ੋਅ ਕੀਤਾ ਸੀਗਾ। ਉਸ ਤੋਂ ਬਾਅਦ ਹੈ ਖਿਲਾਫਤ ਲਹਿਰ ਤੋਂ ਕੀ ਭਾਵ ਹੈ। ਜਿਹੜੀ ਖਿਲਾਫਤ ਲਹਿਰ ਸੀ ਉਹ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਮੁਸਲਮਾਨਾਂ ਨੇ ਬ੍ਰਿਟਿਸ਼ ਸਰਕਾਰ ਦੇ ਵਿਰੁੱਧ ਚਲਾਈ, ਅਤੇ ਇਹ ਯੁੱਧ ਦੇ ਵਿੱਚ ਤੁਰਕੀ ਵਿੱਚ ਹਾਰ ਹੋਈ ਸੀ, ਅਤੇ ਜੇਤੂ ਦੇਸ਼ਾਂ ਨੇ ਤੁਰਕੀ ਦੇ ਸਾਮਰਾਜ ਨੂੰ ਤੋੜ ਭੰਨ ਦਿੱਤਾ ਸੀ, ਜਿਸ ਦੇ ਨਾਲ ਜਿਹੜੇ ਮੁਸਲਿਮ ਸਮਾਜ ਸੀ ਉਹ ਭੜਕ ਉੱਠੀ ਸੀ, ਕਿਉਂਕਿ ਜਿਹੜਾ ਤੁਰਕ ਦੇ ਵਿੱਚ ਉਸ ਦੀਆਂ ਜਿਹੜੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਹੋਈਆਂ ਸੀਗੀਆਂ, ਜਿਸ ਕਾਰਨ ਜਿਹੜੇ ਮੁਸਲਮਾਨ ਸੀਗੇ ਇਸ ਅੰਦੋਲਨ ਦੇ ਖਿਲਾਫਤ ਅੰਦੋਲਨ ਸ਼ੁਰੂ ਕੀਤਾ, ਅਤੇ ਇਹ ਅੰਦੋਲਨ ਭਾਰਤ ਦੇ ਵਿੱਚ ਰਾਸ਼ਟਰਵਾਦੀ ਅੰਦੋਲਨ ਦਾ ਵੀ ਇੱਕ ਅੰਗ ਬਣ ਗਿਆ, ਜਿਸ ਤੋਂ ਬਾਅਦ ਜਿਹੜੇ ਕਾਂਗਰਸ ਦੇ ਕਈ ਨੇਤਾ ਵੀ ਇਹਦੇ ਵਿੱਚ ਸ਼ਾਮਲ ਹੋਏ ਅਤੇ ਪੂਰੇ ਦੇਸ਼ ਦੇ ਵਿੱਚ ਫੈਲਾਉਣ ਦੇ ਵਿੱਚ ਵੀ ਇਹਦੀ ਸਹਾਇਤਾ ਕੀਤੀ ਸੀ। ਉਸ ਤੋਂ ਬਾਅਦ ਹੈ ਗੁਰੂ ਕੇ ਬਾਗ ਦੀ ਘਟਨਾ ਜਾਂ ਮੋਰਚੇ ਦਾ ਹੱਲ ਦੱਸਣਾ ਵਾ। ਗੁਰਦੁਆਰਾ ਗੁਰੂ ਕਾ ਬਾਗ ਜਿਹੜਾ ਅੰਮ੍ਰਿਤਸਰ ਤੋਂ ਲਗਭਗ 33 ਕਿਲੋਮੀਟਰ ਦੂਰ ਅਜਨਾਲਾ ਤਹਿਸੀਲ ਦੇ ਵਿੱਚ ਸਥਿਤ ਸੀਗਾ। ਇਹ ਗੁਰਦੁਆਰੇ ਵਿੱਚ ਮਹੰਤ ਸੁੰਦਰਦਾਸ ਜੀ ਕੋਲ ਸੀਗਾ, ਜਿਹੜਾ ਕਿ ਇੱਕ ਚਰਿੱਤਰਹੀਣ ਜਿਹੜਾ ਵਿਅਕਤੀ ਸੀਗਾ। ਉਹਨੇ ਸ਼੍ਰੋਮਣੀ ਕਮੇਟੀ ਦੇ ਇਸ ਗੁਰਦੁਆਰੇ ਨੂੰ ਆਪਣੇ ਹੱਥ ਦੇ ਵਿੱਚ ਲੈਣ ਲਈ 23 ਅਗਸਤ 1921 ਦੇ ਵਿੱਚ ਇੱਕ ਦਾਨ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਜੱਥਾ ਭੇਜਿਆ, ਅਤੇ ਅੰਗਰੇਜ਼ਾਂ ਨੇ ਇਸ ਜੱਥੇ ਨੂੰ ਜਿਹੜਾ ਸੀਗਾ ਆਪਣੇ ਮੈਂਬਰਾਂ ਨੂੰ ਕੈਦ ਕਰ ਲਿਆ ਸੀਗਾ। ਇਹ ਘਟਨਾਵਾਂ ਦੇ ਨਾਲ ਜਿਹੜੇ ਸਿੱਖ ਸੀਗੇ ਉਹ ਭੜਕੇ ਹੋਏ ਸੀਗੇ, ਅਤੇ ਉਹਨਾਂ ਨੇ ਹੋਰ ਕਈ ਜੱਥੇ ਭੇਜੇ ਗਏ, ਅਤੇ ਅੰਗਰੇਜ਼ਾਂ ਨੇ ਉਹਨਾਂ ਨਾਲ ਬੜਾ ਭੱਦਾ ਸਲੂਕ ਕੀਤਾ ਸੀਗਾ, ਅਤੇ ਇਸ ਰਾਜਨੀਤਿਕ ਦਲਾਂ ਨੇ ਜਿਹੜੇ ਸਰਕਾਰ ਦੇ ਖਿਲਾਫ ਜਿਹੜੀ ਸਖਤ ਨਿੰਦਿਆ ਕੀਤੀ ਸੀਗੀ, ਅਤੇ ਅੰਤ ਵਿੱਚ ਅਕਾਲੀਆਂ ਨੇ ਇਸ ਨੂੰ ਗੁਰੂਆਂ ਦਾ ਮੋਰਚਾ ਦੇ ਨਾਲ ਸ਼ਾਂਤੀਪੂਰਵਕ ਢੰਗ ਨਾਲ ਜਿੱਤ ਲਿਆ ਸੀ। ਉਸ ਤੋਂ ਬਾਅਦ ਹੈ ਨੌਜਵਾਨ ਸਭਾ ਦੇ ਉੱਤੇ ਨੋਟ। ਸਭ ਨੂੰ ਪਤਾ ਵੀ ਜਿਹੜੀ ਨੌਜਵਾਨ ਦੀ ਸਭਾ ਦੀ ਸਥਾਪਨਾ ਸੀਗੀ ਉਹ ਭਗਤ ਸਿੰਘ ਜੀ ਦੁਆਰਾ 1925-26 ਦੇ ਵਿੱਚ ਲਾਹੌਰ ਦੇ ਵਿੱਚ ਕੀਤੀ ਗਈ। ਇਹ ਸੰਸਥਾ ਦੇ ਵਿੱਚ ਲਾਲਾ ਲਾਜਪਤ ਰਾਏ ਜੀ ਦੀ ਮੌਤ ਦਾ ਬਦਲਾ ਲੈਣ ਲਈ ਜਿਹੜੇ ਨੌਜਵਾਨ ਸੀਗੇ ਉਹਨਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਸੀ, ਅਤੇ ਉਹ ਆਪਣੇ ਆਪ ਨੂੰ ਜਨਰਲ ਸਕੱਤਰ ਵੀ ਨਿਯੁਕਤ ਹੋਏ, ਅਤੇ ਇਸ ਸੰਸਥਾ ਦੇ ਵਿੱਚ ਗਰਮ ਧੜੇ ਦੇ ਵਿੱਚ ਕਾਂਗਰਸ ਦੇ ਨੇਤਾਵਾਂ ਦੀ ਹਿਆਮਤ ਹਾਸਲ ਸੀ, ਅਤੇ ਜਲਦੀ ਹੀ ਇਹ ਜਿਹੜੀ ਸੀ ਕ੍ਰਾਂਤੀਕਾਰੀ ਦਾ ਇੱਕ ਕੇਂਦਰ ਬਣ ਗਈ। ਸਮੇਂ-ਸਮੇਂ 'ਤੇ ਜਿਹੜੇ ਸਥਾਨ ਦੇ ਉੱਤੇ ਲਾਹੌਰ ਦੇ ਉੱਤੇ ਮੀਟਿੰਗਾਂ ਕਰਨ ਲੱਗੇ, ਅਤੇ ਮਾਰਕਸ ਅਤੇ ਲੇਨ ਦੇ ਨਾਂ ਦੇ ਵਿਚਾਰ ਦੇ ਉੱਤੇ ਬਹਿਸ ਵੀ ਕਰਨ ਲੱਗੇ, ਤਾਂ ਇਸ ਸਭਾ ਨੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਇਨਕਲਾਬ ਦੇ ਲਿਆ ਕੇ ਦਾ ਵਿਚਾਰ ਕੀਤਾ ਸੀਗਾ, ਅਤੇ ਇਸ ਦੇ ਨਾਲ ਜਿਹੜੀ ਨੌਜਵਾਨ ਸਭਾ ਸੀਗੀ ਉਹ ਇਕੱਠੀ ਹੋਈ। ਉਸ ਤੋਂ ਬਾਅਦ ਹੈ ਸਾਈਮਨ ਕਮਿਸ਼ਨ ਦੇ ਉੱਤੇ ਨੋਟ। ਸਭ ਨੂੰ ਪਤਾ ਵੀ 1928 ਦੇ ਵਿੱਚ ਜਿਹੜੇ 7 ਮੈਂਬਰਾਂ ਦਾ ਇੱਕ ਕਮਿਸ਼ਨ ਜਿਹੜਾ ਕਿ ਭਾਰਤ ਦੇ ਵਿੱਚ ਬੁਲਾਇਆ ਗਿਆ ਸੀਗਾ, ਇਸ ਦੀ ਪ੍ਰਧਾਨਗੀ ਕੌਣ ਕਰ ਰਿਹਾ ਸੀ? ਸਰ ਜਾਨ ਸਾਈਮਨ। ਇਹ ਕਮਿਸ਼ਨ ਦੇ ਵਿੱਚ ਇੱਕ ਵੀ ਭਾਰਤ ਨੂੰ ਸ਼ਾਮਲ ਨਹੀਂ ਕੀਤਾ ਗਿਆ, ਅਤੇ ਦੇਸ਼ ਦੇ ਵਿੱਚ ਜਿਹੜਾ ਇਸ ਕਮਿਸ਼ਨ ਦੇ ਲਈ ਥਾਂ-ਥਾਂ 'ਤੇ ਵਿਰੋਧ ਚੱਲ ਰਹੇ ਸੀਗੇ, ਅਤੇ ਇਸ ਦੇ ਲਈ ਉਹਨਾਂ ਨੂੰ ਕਾਲੀਆਂ ਝੰਡੀਆਂ ਵੀ ਦਿਖਾਈਆਂ ਗਈਆਂ। ਥਾਂ-ਥਾਂ 'ਤੇ ਕਮਿਸ਼ਨ ਵਾਪਸ ਜਾਓ, ਸਾਈਮਨ ਕਮਿਸ਼ਨ ਵਾਪਸ ਜਾਓ ਦੇ ਨਾਅਰੇ ਲੱਗ ਰਹੇ ਸੀ। ਜਨਤਾ ਨੇ ਇਹ ਸ਼ਾਂਤਮਈ ਤਰੀਕੇ ਨਾਲ ਸਰਕਾਰ ਨੂੰ ਇਹ ਸਖਤੀ ਨਾਲ ਦਬਾਉਣ ਦੀ ਕੋਸ਼ਿਸ਼ ਕੀਤੀ। ਲਾਹੌਰ ਦੇ ਵਿੱਚ ਕਮਿਸ਼ਨ ਦੇ ਵਿਰੁੱਧ ਜਿਹੜੀ ਲਾਠੀਚਾਰਜ ਹੋਈ, ਜਿਹਦੇ ਵਿੱਚ ਲਾਲਾ ਲਾਜਪਤ ਰਾਏ ਜੀ ਨੂੰ ਉਹਨਾਂ ਲਾਠੀਆਂ ਦੇ ਨਾਲ ਸ਼ਹੀਦ ਕਰ ਦਿੱਤਾ ਗਿਆ ਸੀ। ਉਸ ਤੋਂ ਬਾਅਦ ਹੈ ਪ੍ਰਜਾ ਮੰਡਲ ਦੇ ਕੀ ਕੰਮ ਸੀਗੇ। ਪ੍ਰਜਾ ਮੰਡਲ ਜਿਹੜੀ ਪੰਜਾਬ ਦੀ ਰਿਆਸਤ ਪ੍ਰਜਾ ਮੰਡਲ ਦੇ ਵਿੱਚ ਸੇਵਾ ਸਿੰਘ ਠੀਕਰੀਵਾਲਾ ਦੀ ਪ੍ਰਧਾਨਗੀ ਦੇ ਵਿੱਚ ਲੋਕ ਜਾਗਰੂਕਤਾ ਲਈ ਕੰਮ ਕੀਤੇ ਗਏ ਸੀਗੇ। ਇਸ ਦੇ ਵਿੱਚ ਜਿਹੜੇ ਕਿਸਾਨ ਅਤੇ ਸਾਧਾਰਨ ਲੋਕ ਦੀਆਂ ਸਮੱਸਿਆਵਾਂ ਦਾ ਵਿਚਾਰ ਕੀਤਾ ਜਾ ਰਿਹਾ ਸੀ। ਰਿਆਸਤ ਜਿਹੜੀ ਪਟਿਆਲਾ ਸੀਗੀ ਅਤੇ ਹੋਰ ਦੇ ਉੱਤੇ ਅਤਿਆਚਾਰ ਦੇ ਉੱਤੇ ਖਿਲਾਫ ਜਿਹੜੀ ਸੀ ਆਵਾਜ਼ਾਂ ਉਠਾਈਆਂ ਗਈਆਂ। ਇਸ ਦੇ ਨਾਲ ਜਿਹੜੇ ਬਾਬਾ ਹੀਰਾ ਸਿੰਘ ਮਲ, ਤੇਜਾ ਸਿੰਘ ਸੁਤੰਤਰ, ਬਾਬਾ ਸੁੰਦਰ ਸਿੰਘ ਅਤੇ ਹੋਰ ਜਿਹੜੇ ਸਹਿਯੋਗੀ ਸੀ, ਉਹਨਾਂ ਨੇ ਇਹ ਅੰਗਰੇਜ਼ੀ ਸਾਮਰਾਜ ਨੂੰ ਹਿਲਾਉਣ ਦੇ ਲਈ ਕਈ ਤਰ੍ਹਾਂ ਦਾ ਵਿਰੋਧ ਕੀਤਾ।
ਉਸ ਤੋਂ ਬਾਅਦ ਹੈ ਸਾਡੇ ਲੌਂਗ ਕੁਐਸਚਨ ਆਨਸਰ, ਦੇਖੋ ਕੀ ਆ। ਸ਼੍ਰੀ ਸਤਿਗੁਰੂ ਰਾਮ ਜੀ ਜਿਹੜੇ ਸੀਗੇ ਭਾਰਤ ਦੀ ਆਜ਼ਾਦੀ ਦੇ ਵਿੱਚ ਕੀ ਯਤਨ ਕੀਤੇ। ਸ਼੍ਰੀ ਸਤਿਗੁਰੂ ਰਾਮ ਜੀ ਜਿਹੜੇ ਕਿ ਇੱਕ ਮਹਾਨ ਦੇਸ਼ ਭਗਤ ਹੋਏ ਨੇ, ਉਹਨਾਂ ਨੂੰ ਬਾਬਾ ਬਾਲਕ ਸਿੰਘ ਦੀ ਮੌਤ ਤੋਂ ਬਾਅਦ ਜਿਹੜੇ ਪੰਜਾਬ ਦੇ ਵਿੱਚ ਨਾਮਧਾਰੀ ਕੂਕਿਆਂ ਦੀ ਲਹਿਰ ਦੀ ਅਗਵਾਈ ਕੀਤੀ। ਬਾਬਾ ਰਾਮ ਸਿੰਘ 1857 ਦੇ ਵਿੱਚ ਕੁਝ ਲੋਕਾਂ ਨੂੰ ਅੰਮ੍ਰਿਤ ਛਕਾ ਕੇ ਨਾਮਧਾਰੀ ਲਹਿਰ ਦੇ ਵਿੱਚ ਸੰਗਠਿਤ ਕਰਨ ਦੇ ਰੂਪ ਦੇ ਵਿੱਚ ਹਾਸਲ ਹੋਇਆ, ਅਤੇ ਇਹ ਲਹਿਰ ਦਾ ਮੁੱਖ ਮੰਤਵ ਕੀ ਸੀਗਾ? ਧਾਰਮਿਕ ਤੇ ਸਮਾਜਿਕ ਸੁਧਾਰਾਂ ਉੱਤੇ ਜ਼ੋਰ ਦੇਣਾ ਤੇ ਅੰਗਰੇਜ਼ੀ ਪ੍ਰਸ਼ਾਸਨ ਦੇ ਖਿਲਾਫ ਨਾ ਮਿਲਵਰਤਨ ਦੀ ਜਿਹੜੀ ਯੋਜਨਾ ਸੀਗੀ ਜਾਂ ਨੀਤੀ ਸੀਗੀ ਉਹਨੂੰ ਅਪਣਾਉਣਾ ਸੀਗਾ। ਇਹਦੇ ਵਿੱਚ ਗਤੀਵਿਧੀਆਂ ਦੇਖੋ ਕੀ ਸੀ। ਸ਼੍ਰੀ ਗੁਰੂ ਸਤਿਗੁਰੂ ਰਾਮ ਜੀ ਜਿਹੜੇ ਸੀਗੇ ਜਿੱਥੇ ਵੀ ਜਾਂਦੇ ਸੀਗੇ ਤਾਂ ਉੱਥੇ ਘੋੜਸਵਾਰੀ ਤੇ ਟੋਲੀ ਨੂੰ ਜ਼ਰੂਰ ਲਿਜਾਂਦੇ ਸੀਗੇ, ਤੇ ਇਸ ਨਾਲ ਜਿਹੜੇ ਅੰਗਰੇਜ਼ ਸੀਗੇ ਉਹਨਾਂ ਨੂੰ ਬਗਾਵਤੀ ਸਮਝ ਰਹੇ ਸੀ। ਅੰਗਰੇਜ਼ਾਂ ਨੇ ਸਤਿਗੁਰੂ ਰਾਮ ਜੀ ਦੇ ਡਾਕ ਪ੍ਰਬੰਧ ਦੇ ਉੱਤੇ ਵੀ ਬਹੁਤ ਜ਼ਿਆਦਾ ਸ਼ੱਕ ਰਹਿੰਦਾ ਸੀ। ਉਹਨਾਂ ਦੀ ਜਿਹੜੀ ਪ੍ਰਚਾਰ ਸਹੂਲਤਾਂ ਨੂੰ ਵੀ ਜਿਹੜੇ ਅੰਗਰੇਜ਼ ਸੀਗੇ ਉਹਨੂੰ ਸ਼ੱਕ ਦੀ ਨਿਗਾਹ ਨਾਲ ਦੇਖਦੇ ਸੀ। ਉਹਨਾਂ ਨੇ ਪੰਜਾਬ ਨੂੰ 22 ਸੂਬਿਆਂ ਦੇ ਵਿੱਚ ਵੰਡਿਆ ਹੋਇਆ ਸੀਗਾ, ਅਤੇ ਹਰੇਕ ਸੂਬੇ ਦੇ ਵਿੱਚ ਇੱਕ ਸੇਵਾਦਾਰ ਲਾਇਆ ਗਿਆ ਜਿਹਨੂੰ ਸੂਬੇਦਾਰ ਕਿਹਾ ਜਾਂਦਾ ਸੀ, ਅਤੇ ਅੰਗਰੇਜ਼ ਉਹਨਾਂ ਤੋਂ ਹਮੇਸ਼ਾ ਡਰਦੇ ਸੀਗੇ। 1869 ਈਸਵੀ ਦੇ ਵਿੱਚ ਜਿਹੜਾ ਨਾਮਧਾਰੀ ਕੂਕਿਆਂ ਦੇ ਆਪਣੇ ਸੰਬੰਧ ਜਿਹੜੇ ਸੀ ਉਹ ਕਸ਼ਮੀਰ ਦੇ ਹਾਕਮ ਨਾਲ ਵੀ ਜੋੜੇ, ਅਤੇ ਨਾਮਧਾਰੀ ਕੂਕਿਆਂ ਨੂੰ ਉੱਥੇ ਕੀ ਆ ਫੌਜੀ ਸਿਖਲਾਈ ਵੀ ਦੇਣੀ ਸ਼ੁਰੂ ਕੀਤੀ। ਅਤੇ ਨਾਮਧਾਰੀ ਕੂਕਿਆਂ ਨੇ ਜਿਹੜਾ ਸੀਗਾ ਗਊ ਰੱਖਿਆ ਦੇ ਲਈ ਵੀ ਕੰਮ ਸ਼ੁਰੂ ਕੀਤੇ। ਗਊ ਰੱਖਿਆ ਦੇ ਲਈ ਵਿਚੋੜਾਂ ਨੂੰ ਵੀ ਮਾਰ ਦਿੰਦੇ ਸੀਗੇ, ਅਤੇ 1871 ਦੇ ਵਿੱਚ ਉਹਨਾਂ ਨੇ ਰਾਏਕੋਟ ਦੇ ਵਿੱਚ ਕੁਝ ਵਿਚੁੜਖਾਨੀਆਂ ਨੂੰ ਵੀ ਤੇ ਹਮਲਾ ਕਰਕੇ ਵਿਚੋੜਾਂ ਨੂੰ ਵੀ ਮਾਰ ਦਿੱਤਾ ਸੀਗਾ। ਜਨਵਰੀ 1872 ਦੇ ਵਿੱਚ 150 ਕੂਕਿਆਂ ਨੂੰ ਇੱਕ ਜੱਥਾ ਜਿਹੜਾ ਸੀ ਬੁੱਚੜਾਂ ਨੂੰ ਸਜ਼ਾ ਦੇਣ ਦੇ ਲਈ ਹਥਿਆਰ ਖੋਹਣ ਦੇ ਲਈ ਮਲੇਰਕੋਟਲੇ ਪਹੁੰਚਿਆ ਸੀਗਾ, ਅਤੇ 15 ਜਨਵਰੀ 1872 ਦੇ ਵਿੱਚ ਕੂਕਿਆਂ ਨੂੰ ਮਲੇਰਕੋਟਲੇ ਦੇ ਵਿੱਚ ਇੱਕ ਸਮਾਨ ਲੜਾਈ ਹੋਈ, ਜਿਸ ਦੇ ਵਿੱਚ ਦੋਹੀ ਪਾਸਿਓਂ ਕਈ ਲੋਕਾਂ ਦੀ ਮੌਤ ਹੋਈ। ਅੰਗਰੇਜ਼ਾਂ ਨੇ ਕੂਕਿਆਂ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਵਿਸ਼ੇਸ਼ ਸੈਨਾ ਨੂੰ ਜਿਹੜਾ ਸੀ ਮਲੇਰਕੋਟਲੇ ਭੇਜਿਆ ਗਿਆ। ਉੱਥੇ 68 ਜਿਹੜੇ ਕੂਕੇ ਸੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਆਪਣੇ ਆਪ ਨੂੰ ਪੇਸ਼ ਕੀਤਾ, ਅਤੇ ਉਹਨਾਂ ਵਿੱਚੋਂ 49 ਕੂਕਿਆਂ ਨੂੰ 17 ਜਨਵਰੀ 1872 ਨੂੰ ਹੀ ਤੋਪਾਂ ਦੇ ਨਾਲ ਬੰਨ੍ਹ ਕੇ ਉਡਾ ਦਿੱਤਾ ਗਿਆ, ਅਤੇ ਸਰਕਾਰੀ ਮੁਕੱਦਮਿਆਂ ਤੋਂ ਬਾਅਦ 19 ਕੂਕਿਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ, ਅਤੇ ਸ਼੍ਰੀ ਸਤਿਗੁਰੂ ਰਾਮ ਜੀ ਨੂੰ ਦੇਸ਼ ਦੇ ਵਿੱਚ ਨਿਕਾਲਾ ਦੇ ਕੇ ਰੰਗੂਨ ਦੇ ਵਿੱਚ ਭੇਜ ਦਿੱਤਾ ਗਿਆ ਸੀ। ਸੱਚ ਤਾਂ ਇਹ ਹੈ ਕਿ ਸਤਿਗੁਰੂ ਰਾਮ ਜੀ ਜਿਹੜੇ ਅਗਵਾਈ ਸੀਗੀ ਉਹ ਨਾਮਧਾਰੀ ਕੂਕਿਆਂ ਨੂੰ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਆਪਣੇ ਉਦੇਸ਼ਾਂ ਦੇ ਉੱਪਰ ਡਟੇ ਰਹਿਣ ਦੇ ਲਈ ਹਮੇਸ਼ਾ ਪ੍ਰੇਰਿਤ ਕਰਦੇ ਸੀ। ਉਸ ਤੋਂ ਬਾਅਦ ਹੈ ਗਦਰ ਪਾਰਟੀ ਦੀਆਂ ਜੰਗ ਦੀਆਂ ਕੀ ਯਤਨ ਕੀਤੇ। ਗਦਰ ਪਾਰਟੀ ਜਿਹੜੀ ਸੀਗੀ 1913 ਦੇ ਵਿੱਚ ਸਨ ਫਰਾਂਸਿਸਕੋ ਯਾਨੀ ਕਿ ਅਮਰੀਕਾ ਦੇ ਵਿੱਚ ਹੋਈ ਸੀਗੀ। ਇਸ ਦਾ ਪ੍ਰਧਾਨ ਜਿਹੜੇ ਸੀ ਬਾਬਾ ਸੋਹਣ ਸਿੰਘ ਭਖਣਾ ਜੀ ਸੀਗੇ, ਲਾਲ ਹਰਦਿਆਲ ਸਿੰਘ ਜੀ ਮੁੱਖ ਸਕੱਤਰ, ਤੇ ਕਾਂਸੀ ਰਾਮ ਜੀ ਜਿਹੜੇ ਸਕੱਤਰ ਸੀ ਤੇ ਖਜ਼ਾਨਚੀ ਸੀ। ਤੇ ਇਸ ਸੰਸਥਾ ਦੇ ਵਿੱਚ ਸੈਨ ਫਰਾਂਸਿਸਕੋ ਤੋਂ ਉਰਦੂ ਦੇ ਵਿੱਚ ਇੱਕ ਸਪਤਾਹਿਕ ਜਿਹੜੀ ਪੱਤਰਿਕਾ ਸੀ ਗਦਰ ਕੱਢਣਾ ਸ਼ੁਰੂ ਕੀਤਾ ਸੀ। ਇਸ ਦੇ ਸੰਸਥਾਪਕ ਦਾ ਕੰਮ ਕਰਤਾਰ ਸਿੰਘ ਸਰਾਭਾ ਨੂੰ ਸੌਂਪਿਆ ਗਿਆ ਸੀ, ਜਿਨ੍ਹਾਂ ਦੀ ਮਿਹਨਤ ਸਦਕਾ ਜਿਹੜਾ ਇਹ ਅਖਬਾਰ ਸੀ ਹਿੰਦੀ, ਪੰਜਾਬੀ, ਗੁਜਰਾਤੀ, ਬੰਗਾਲੀ, ਪਸ਼ਤੋ, ਨੇਪਾਲੀ ਭਾਸ਼ਾ ਦੇ ਵਿੱਚ ਛਪਣ ਲੱਗਿਆ, ਤੇ ਅਖਬਾਰ ਦੇ ਵਿੱਚ ਇੱਕ ਨਾਮ ਦਿੱਤਾ ਗਿਆ ਗਦਰ ਪਾਰਟੀ ਰੱਖਿਆ ਗਿਆ। ਇਹਦੇ ਉਦੇਸ਼ ਦੇਖੋ ਕੀ ਸੀ। ਸੈਨਾ ਦੀ ਬਗਾਵਤ ਦਾ ਪ੍ਰਚਾਰ, ਸਰਕਾਰੀ ਪਿੱਠੂਆਂ ਦੀ ਹੱਤਿਆ, ਜੇਲ੍ਹਾਂ ਤੋੜਨੀਆਂ, ਸਰਕਾਰੀ ਖਜ਼ਾਨੇ ਅਤੇ ਥਾਣਿਆਂ ਨੂੰ ਲੁੱਟਣਾ, ਕ੍ਰਾਂਤੀਕਾਰੀਆਂ ਦੇ ਸਾਹਿਤ ਛਾਪਣਾ ਤੇ ਵੰਡਣਾ, ਅੰਗਰੇਜ਼ਾਂ ਦੇ ਦੁਸ਼ਮਣਾਂ ਨੂੰ ਸਹਾਇਤਾ ਕਰਨੀ, ਹਥਿਆਰ ਇਕੱਠਾ ਕਰਨੇ, ਬੰਬ ਬਣਾਉਣੇ, ਰੇਲਵੇ ਤੇ ਡਾਕ ਤਾਰ ਨੂੰ ਕੱਟਣਾ ਤੇ ਭੰਨ ਤੋੜ ਕਰਨੀ। ਤੇ ਫਿਰ ਉਸ ਤੋਂ ਬਾਅਦ ਸੀ ਕ੍ਰਾਂਤੀਕਾਰੀਆਂ ਨੂੰ ਝੰਡਾ ਲਹਿਰਾਉਣਾ, ਕ੍ਰਾਂਤੀਕਾਰੀ ਨੌਜਵਾਨਾਂ ਦੀ ਸੂਚੀ ਤਿਆਰ ਕਰਨਾ, ਆਜ਼ਾਦੀ ਦੇ ਯਤਨ ਜਿਹੜੇ ਸੀਗੇ ਕਾਮਾਘਾਟੋ ਮਾਰੂ ਦੇ ਬਾਅਦ ਜਿਹੜੀ ਇਹ ਕਾਫੀ ਗਿਣਤੀ ਦੇ ਵਿੱਚ ਜਿਹੜੇ ਭਾਰਤੀ ਲੋਕ ਸੀਗੇ ਉਹ ਆਪਣੇ ਦੇਸ਼ ਵਿੱਚ ਪਰਤ ਆਏ ਸੀਗੇ, ਅਤੇ ਪੰਜਾਬ ਵਿੱਚ ਗਦਰ ਦੇ ਰਾਹੀਂ ਜਿਹੜੇ ਅੰਗਰੇਜ਼ਾਂ ਦੇਸ਼ ਨੂੰ ਬਾਹਰ ਕੱਢਣਾ ਚਾਹੁੰਦੇ ਸੀ। ਅੰਗਰੇਜ਼ ਸਰਕਾਰ ਨੇ ਬੜੀ ਚੌਕਸੀ ਨਾਲ ਕੰਮ ਰਹਿ ਰਹੀ ਸੀ, ਅਤੇ ਬਾਹਰੋਂ ਆਉਣ ਵਾਲੇ ਹਰ ਵਿਅਕਤੀ ਦੀ ਛਾਣਬੀਣ ਕਰ ਰਹੀ ਸੀ। ਸ਼ੱਕ ਹੋਣ 'ਤੇ ਉਸ ਬੰਦੇ ਨੂੰ ਨਜ਼ਰਬੰਦ ਕੀਤਾ ਜਾਂਦਾ ਸੀ, ਅਤੇ ਜਿਹੜਾ ਬੰਦਾ ਬਚ ਜਾਂਦਾ ਸੀ ਉਹਨੂੰ ਗਦਰੀਆਂ ਨਾਲ ਲੜਾ ਦਿੱਤਾ ਜਾਂਦਾ ਸੀਗਾ। ਅਤੇ ਗਦਰ ਪਾਰਟੀ ਦੇ ਵਿੱਚ ਬਾਹਰੋਂ ਪਰਤੇ ਗਏ ਕ੍ਰਾਂਤੀਕਾਰੀਆਂ ਦੀ ਅਗਵਾਈ ਜਿਹੜੀ ਸੀ ਰਾਸ ਬਿਹਾਰੀ ਬੋਸ ਨੇ ਸੰਭਾਲੀ। ਅਮਰੀਕਾ ਤੋਂ ਪਰਤੇ ਕਰਤਾਰ ਸਿੰਘ ਸਰਾਭਾ ਨੂੰ ਭਾਈ ਪਰਮਾਨੰਦ ਝਾਂਸੀ ਜੀ ਦੇ ਨਾਲ ਸੰਬੰਧ ਕਾਇਮ ਕੀਤੇ, ਅਤੇ ਬਨਾਰਸ ਦੇ ਵਿੱਚ ਸ਼੍ਰੀ ਰਾਸ ਬਿਹਾਰੀ ਬੋਸ ਦੇ ਲਈ ਲੁਕਵੇਂ ਅੱਡੇ ਦਾ ਪਤਾ ਕਰਕੇ ਉਹਨਾਂ ਨਾਲ ਸੰਪਰਕ ਕਾਇਮ ਕੀਤੇ। ਗਦਰ ਪਾਰਟੀ ਦੇ ਵਿੱਚ ਜਿਹੜੀ ਆਜ਼ਾਦੀ ਦੇ ਲਈ ਜਿਹੜੇ ਉਹਨਾਂ ਨੇ ਕੰਮ ਕੀਤੇ ਅਤੇ ਪੰਜਾਬ ਦੇ ਵਿੱਚ ਕੀਤੇ ਗਏ ਕੰਮਾਂ ਦਾ ਵਰਣਨ ਇਸ ਤਰੀਕੇ ਨਾਲ: ਰਾਸ ਬਿਹਾਰੀ ਬੋਸ ਲਾਹੌਰ, ਫਿਰੋਜ਼ਪੁਰ, ਮੇਰਠ, ਅੰਬਾਲਾ, ਮੁਲਤਾਨਪੁਰ, ਪੇਸ਼ਾਵਰ ਅਤੇ ਹੋਰ ਦੇਸ਼ਾਂ ਦੀ ਛਾਵਣੀ ਦੇ ਵਿੱਚ ਪ੍ਰਚਾਰਕ ਬਣੇ। ਕਰਤਾਰ ਸਿੰਘ ਸਰਾਭਾ ਨੂੰ ਲਾਲ ਸਿੰਘ ਸਰਨਾ ਦੇ ਕਪੂਰਥਲਾ ਦੇ ਨਾਲ ਜਾ ਕੇ ਗਦਰ ਨਾਂ ਦੀ ਜਿਹੜੀ ਸਪਤਾਹਿਕ ਪੱਤਰਿਕਾ ਸੀ ਕੱਢਣ ਦੇ ਲਈ ਪ੍ਰੈਸ ਚਾਲੂ ਕਰਨਾ ਚਾਹਿਆ, ਪਰ ਉਹ ਅਸਫਲ ਰਿਹਾ। ਫਿਰ ਵੀ ਗਦਰ ਜਿਹੜਾ ਗੂੰਜ ਸੀਗਾ ਉਹ ਛਪਦਾ ਰਿਹਾ। ਗਦਰ ਪਾਰਟੀ ਨੇ ਲਾਹੌਰ ਅਤੇ ਹੋਰ ਸਥਾਨਾਂ ਦੇ ਉੱਤੇ ਵੀ ਬੰਬ ਬਣਾਉਣੇ
ਦਾ ਕੰਮ ਸ਼ੁਰੂ ਕੀਤਾ। ਗਦਰ ਪਾਰਟੀ ਦੇ ਆਜ਼ਾਦ ਭਾਰਤ ਦੇ ਇੱਕ ਝੰਡਾ ਤਿਆਰ ਕੀਤਾ ਤੇ ਕਰਤਾਰ ਸਿੰਘ ਸਰਾਭਾ ਨੇ ਇਸ ਝੰਡੇ ਨੂੰ ਥਾਂ-ਥਾਂ ਤੇ ਲੋਕਾਂ ਵਿੱਚ ਵੰਡਿਆ। ਉਸ ਤੋਂ ਬਾਅਦ ਹੈ ਕਾਮਾਘਾਟਾ ਮਾਰੂ ਦੇ ਜਹਾਜ਼ ਦੀ ਦੁਰਘਟਨਾ ਦਾ ਹਾਲ। ਪਿਛੋਕੜ ਵੀ ਜਿਹੜਾ ਅੰਗਰੇਜ਼ ਸਰਕਾਰ ਸੀ ਉਹਨਾਂ ਨੇ ਆਰਥਿਕ ਕਾਨੂੰਨਾਂ ਨਾਲ ਪੰਜਾਬੀਆਂ ਨੂੰ ਆਰਥਿਕ ਹਾਲਤ ਬਹੁਤ ਕਮਜ਼ੋਰ ਹੋ ਚੁੱਕੀ ਸੀ। ਸਿੱਟੇ ਵਜੋਂ 1905 ਦੇ ਵਿੱਚ ਉਹ ਲੋਕ ਰੋਜੀ ਰੋਟੀ ਦੀ ਭਾਲ ਦੇ ਵਿੱਚ ਉਹ ਵਿਦੇਸ਼ ਜਾਣਾ ਸ਼ੁਰੂ ਕਰ ਦਿੱਤਾ ਸੀ ਤੇ ਕਈ ਪੰਜਾਬੀ ਕੈਨੇਡਾ ਵੀ ਪਹੁੰਚ ਰਹੇ ਸੀ। ਪਰ ਕੈਨੇਡਾ ਦੀ ਸਰਕਾਰ ਨੇ 1910 ਦੇ ਵਿੱਚ ਉਹਨਾਂ ਨੇ ਇੱਕ ਕਾਨੂੰਨ ਪਾਸ ਕੀਤਾ ਕਿ ਅੱਗੇ ਤੋਂ ਕੋਈ ਉਹੀ ਭਾਰਤੀ ਕੈਨੇਡਾ ਪਹੁੰਚ ਸਕਣਗੇ ਜਿਹੜੇ ਕਿ ਆਪਣੇ ਦੇਸ਼ ਦੇ ਕਿਸੇ ਬੰਦਰਗਾਹ ਦੇ ਤੋਂ ਬੈਠ ਕੇ ਸਿੱਧੇ ਕੈਨੇਡਾ ਆਉਣਗੇ। ਪਰ 14 ਜਨਵਰੀ 1913 ਈਸਵੀ ਨੂੰ ਜਿਹੜਾ ਇੰਗਲੈਂਡ ਦੀ ਹਾਈ ਕੋਰਟ ਨੇ ਭਾਰਤ ਦੇ ਵਿੱਚ ਲੱਗੀਆਂ ਪਾਬੰਦੀਆਂ ਦਾ ਕਾਨੂੰਨ ਰੱਦ ਕਰ ਦਿੱਤਾ। ਤੇ ਇਸ ਤੋਂ ਬਾਅਦ ਇਹ ਖਬਰ ਪੜ੍ਹ ਕੇ ਜਿਹੜੇ ਪੰਜਾਬੀ ਸੀਗੇ, ਬਹੁਤ ਸਾਰੇ ਲੋਕ ਜਿਹੜੇ ਸੀਗੇ ਉਹ ਕੈਨੇਡਾ ਜਾਣ ਦੇ ਲਈ ਕਲਕੱਤਾ, ਸਿੰਗਾਪੁਰ ਅਤੇ ਹਾਂਗਕਾਂਗ ਦੀਆਂ ਬੰਦਰਗਾਹਾਂ ਦੇ ਉੱਤੇ ਪਹੁੰਚ ਗਏ। ਪਰ ਜਦੋਂ ਕੋਈ ਵੀ ਜਿਹੜਾ ਜਹਾਜ਼ੀ ਕੰਪਨੀ ਜਿਹੜਾ ਸੀ ਕੈਨੇਡਾ ਦੇ ਵਿੱਚ ਵਤੀਰੇ ਤੋਂ ਡਰਦੀ ਮਾਰੀ ਜਿਹੜੇ ਪੰਜਾਬੀ ਮੁਸਾਫਿਰਾਂ ਸੀਗਾ ਉਹਨਾਂ ਨੂੰ ਕੈਨੇਡਾ ਤੋਂ ਉਤਾਰਨ ਦੀ ਜ਼ਿੰਮੇਵਾਰੀ ਨਹੀਂ ਲੈ ਸੀ ਰਹੇ ਸੀਗੇ, ਤਾਂ ਗੁਰੂ ਦੱਤ ਜੀ ਨੇ ਯਤਨ ਕੀਤਾ ਤੇ ਬਾਬਾ ਗੁਰਦੱਤ ਸਿੰਘ ਜੀ ਜਿਹੜੇ ਸੀਗੇ ਜ਼ਿਲ੍ਹਾ ਅੰਮ੍ਰਿਤਸਰ ਦੇ ਰਹਿਣ ਵਾਲੇ ਸੀਗੇ ਤੇ ਉਹਨਾਂ ਨੇ ਉਹ ਸਿੰਗਾਪੁਰ ਮਾਲੇਆ ਦੇ ਠੇਕੇਦਾਰੀ ਕਰਦਾ ਸੀ। ਉਸਨੇ 1913 ਦੇ ਵਿੱਚ ਗੁਰੂ ਨਾਨਕ ਨੈਵੀਗੇਸ਼ਨ ਕੰਪਨੀ ਕਾਇਮ ਕੀਤੀ। 24 ਮਾਰਚ 1914 ਦੇ ਵਿੱਚ ਉਸ ਕੰਪਨੀ ਨੇ ਜਾਪਾਨ ਦੇ ਤੋਂ ਕਾਮਾਗਾਟੂ ਜਹਾਜ਼ ਕਿਰਾਏ 'ਤੇ ਲਿਆ ਜਿਸ ਦਾ ਨਾਮ ਗੁਰੂ ਨਾਨਕ ਜਹਾਜ਼ ਰੱਖਿਆ ਗਿਆ ਤੇ ਉਸ ਵਿੱਚ 500 ਮੁਸਾਫਿਰਾਂ ਨੂੰ ਹਾਂਗਕਾਂਗ ਤੋਂ ਹੀ ਮਿਲ ਗਏ ਤੇ ਹਾਂਗਕਾਂਗ ਦੀ ਅੰਗਰੇਜ਼ ਸਰਕਾਰ ਨੇ ਇਸ ਗੱਲ ਦੀ ਬਾਦਸ਼ਾਹਤ ਨਾ ਕਰ ਸਕੀ ਤੇ ਬਰਦਾਸ਼ਤ ਨਾ ਕਰ ਸਕੀ ਤੇ ਇਸ ਕਰਕੇ ਉਹਨਾਂ ਨੇ ਬਾਬਾ ਗੁਰਦੱਤ ਸਿੰਘ ਨੂੰ ਕੈਦ ਕਰ ਲਿਆ। ਭਾਵੇਂ ਉਸ ਨੂੰ ਅਗਲੇ ਦਿਨ ਛੱਡ ਦਿੱਤਾ ਗਿਆ, ਪਰ ਵਿਖਣ ਪੈਣ ਤੇ ਕਰਕੇ ਯਾਤਰੀਆਂ ਦੀ ਗਿਣਤੀ ਘਟ ਕੇ 135 ਹੀ ਰਹਿ ਗਈ। ਗੁਰੂ ਨਾਨਕ ਜਹਾਜ਼ 23 ਮਈ 1914 ਦੇ ਵਿੱਚ ਵੈਨਕਿਊ ਕੈਨੇਡਾ ਦੀ ਬੰਦਰਗਾਹ ਦੇ ਉੱਤੇ ਜਾ ਲੱਗਿਆ, ਪਰ ਮੁਸਾਫਿਰਾਂ ਨੂੰ ਬੰਦਰਗਾਹ ਦੇ ਉੱਤੇ ਉਤਰ ਨਾ ਦਿੱਤਾ ਗਿਆ। ਅੰਤ ਵਿੱਚ ਭਾਰਤੀਆਂ ਨੂੰ ਵਾਪਸ ਆਉਣ ਦੇ ਲਈ ਮੰਨ ਲਿਆ ਗਿਆ। ਕਾਮਾਘਾਟੂ ਦੀ ਘਟਨਾ 23 ਜੁਲਾਈ 1914 ਦੇ ਵਿੱਚ ਜਹਾਜ਼ ਵੈਨਕੂਵਰ ਦੇ ਵਿੱਚ ਭਾਰਤ ਦੇ ਵਿੱਚ ਵਾਪਸ ਪਹੁੰਚਿਆ ਗਿਆ ਤੇ ਜਦੋਂ ਉਹ ਜਹਾਜ਼ ਹੁੰਗਈ ਦਰਿਆ ਦੇ ਵਿੱਚ ਪਹੁੰਚਿਆ ਤਾਂ ਲਾਹੌਰ ਦਾ ਅੰਗਰੇਜ਼ ਡਿਪਟੀ ਕਮਿਸ਼ਨਰ ਪੁਲਿਸ ਫੋਰਸ ਨੂੰ ਉੱਥੇ ਲੈ ਕੇ ਪੁੱਜ ਗਿਆ ਤੇ ਯਾਤਰੀਆਂ ਦੀ ਤਲਾਸ਼ੀ ਲੈਣ ਮਗਰੋਂ ਜਹਾਜ਼ ਦੇ ਵਿੱਚੋਂ ਨੂੰ 27 ਕਿਲੋਮੀਟਰ ਦੂਰ ਬਿਜ ਘਾਟ ਦੇ ਉੱਤੇ ਖੜਾ ਕਰ ਦਿੱਤਾ ਗਿਆ। ਯਾਤਰੀਆਂ ਨੇ ਦੱਸਿਆ ਕਿ ਉਹ ਉੱਥੇ ਦੇ ਰੇਲ ਰਾਹੀਂ ਪੰਜਾਬ ਵਿੱਚ ਭੇਜਿਆ ਜਾਵੇਗਾ, ਪਰ ਉਹ ਯਾਤਰੀ ਕਲਕੱਤਾ ਵਿੱਚ ਪਿੱਠੂਆਂ ਦੇ ਤੋਂ ਧਨ ਅਤੇ ਹਥਿਆਰ ਖੋਹੇ। ਹਥਿਆਰ ਦੀ ਪ੍ਰਾਪਤੀ ਬੱਬਰ ਅਕਾਲੀ ਆਪਣੇ ਉਦੇਸ਼ਾਂ ਨੂੰ ਪ੍ਰਾਪਤੀ ਲਈ ਹਥਿਆਰ ਪ੍ਰਾਪਤੀ ਕਰਨਾ ਚਾਹੁੰਦੇ ਸਨ। ਉਹਨਾਂ ਨੇ ਆਪਣੇ ਮੈਂਬਰਾਂ ਨੂੰ ਹਥਿਆਰ ਦਿਵਾਉਣ ਦੇ ਯਤਨ ਵਿੱਚ ਵੀ ਸਨ ਤੇ ਉਹ ਹਥਿਆਰਾਂ ਨੂੰ ਪੈਸੇ ਦੀ ਵੀ ਲੋੜ ਸੀ। ਫਿਰ ਅੱਗੇ ਹੈ ਫੌਜੀਆਂ ਦੀ ਅਪੀਲ। ਬੱਬਰਾਂ ਨੇ ਪੰਜਾਬੀ ਫੌਜੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਹਥਿਆਰ ਧਾਰਨ ਕਰਕੇ ਆਜ਼ਾਦੀ ਨੂੰ ਪ੍ਰਾਪਤ ਕਰਨ ਦਾ ਯਤਨ ਕਰਨ। ਅਖਬਾਰ ਬੱਬਰਾਂ ਨੇ ਸਾਈਕਲੋਸਟਾਈਲ ਮਸ਼ੀਨ ਦੇ ਨਾਲ ਆਪਣਾ ਅਖਬਾਰ ਬੱਬਰ ਅਕਾਲੀ ਦੁਆਬ ਕੱਢਿਆ ਤੇ ਇਸ ਅਖਬਾਰ ਦਾ ਚੰਦਾ ਇਹ ਕੀ ਸੀ ਕਿ ਉਹ ਅਖਬਾਰ ਨੂੰ ਪੜ੍ਹਨ ਵਾਲਾ ਉਸ ਅਖਬਾਰ ਨੂੰ ਅੱਗੇ 5 ਬੰਦਿਆਂ ਨੂੰ ਪੜ੍ਹਾਵੇਗਾ। ਸਰਕਾਰੀ ਪਿੱਠੂਆਂ ਦੀ ਹੱਤਿਆ। ਬੱਬਰਾਂ ਨੇ ਆਪਣੇ ਅਖਬਾਰ ਦੇ ਵਿੱਚ 169 ਬੰਦਿਆਂ ਦੀ ਸੂਚੀ ਛਾਪੀ ਜਿਨ੍ਹਾਂ ਨੂੰ ਉਹ ਸੁਧਾਰ ਕਰਨਾ ਸੀ। ਸੂਚੀਆਂ ਦੇ ਵਿੱਚ ਸ਼ਾਮਲ ਜਿਸ ਵਿਅਕਤੀ ਦੀ ਅੰਤਿਮ ਸਮਾਂ ਆ ਗਿਆ ਹੁੰਦਾ ਤਾਂ ਉਹ ਉਸ ਨੂੰ ਅਖਬਾਰ ਰਾਹੀਂ ਸੂਚਿਤ ਕਰ ਦਿੰਦੇ। 2-3 ਬੱਬਰ ਉਸ ਵਿਅਕਤੀ ਨੂੰ ਪਿੰਡ ਜਾਂਦੇ ਅਤੇ ਉਸ ਨੂੰ ਕਤਲ ਕਰ ਆਉਂਦੇ ਤੇ ਉਹ ਸ਼ਰੇਆਮ ਪਿੰਡ ਦੇ ਵਿੱਚ ਖੁੱਲ੍ਹ ਕੇ ਕਤਲ ਦੀ ਜ਼ਿੰਮੇਵਾਰੀ ਵੀ ਲੈ ਲੈਂਦੇ ਸਨ। ਇਸ ਤਰ੍ਹਾਂ ਉਹਨਾਂ ਨੇ ਅਨੇਕਾਂ ਸਰਕਾਰੀ ਪਿੱਠੂਆਂ ਨੂੰ ਸੋਧਿਆ ਅਤੇ ਅੰਗਰੇਜ਼ਾਂ ਦਾ ਡਟ ਕੇ ਟਾਕਰਾ ਵੀ ਕੀਤਾ ਸੀਗਾ। ਉਸ ਤੋਂ ਬਾਅਦ ਹੈ ਸਰਕਾਰੀ ਅਤਿਆਚਾਰ। ਵੀ ਸਰਕਾਰ ਨੇ ਵੀ ਬੱਬਰਾਂ ਨੂੰ ਖਤਮ ਕਰਨ ਦਾ ਨਿਸ਼ਚੇ ਕਰ ਲਿਆ ਸੀ। ਉਹਨਾਂ ਨੇ ਉਹਨਾਂ ਦਾ ਪਿੱਛਾ ਕੀਤਾ ਤੇ ਫਿਰ ਉਹਨਾਂ ਨੂੰ ਕੁਝ ਫੜੇ ਗਏ ਅਤੇ ਕੁਝ ਮਾਰੇ ਗਏ। 100 ਤੋਂ ਵੱਧ ਬੱਬਰਾਂ ਦੇ ਉੱਤੇ ਮੁਕੱਦਮਾ ਚਲਾਇਆ ਗਿਆ ਤੇ 27 ਫਰਵਰੀ 1926 ਨੂੰ ਜਥੇਦਾਰ ਕਿਸ਼ਨ ਸਿੰਘ, ਬਾਬੂ ਸੰਤਾ ਸਿੰਘ, ਧਰਮ ਸਿੰਘ ਹਨੰਤਪੁਰਾ ਅਤੇ ਹੋਰ ਕਈ ਬੱਬਰਾਂ ਨੂੰ ਫਾਂਸੀ ਦੀ ਸਜ਼ਾ ਪ੍ਰਾਪਤ ਹੋਈ। ਇਸ ਤਰ੍ਹਾਂ ਬੱਬਰ ਲਹਿਰ ਨੇ ਆਪਣੇ ਉਦੇਸ਼ ਦੀ ਪ੍ਰਾਪਤੀ ਵਿੱਚ ਅਸਫਲ ਰਹੀ। ਫਿਰ ਵੀ ਇਸ ਲਹਿਰ ਨੇ ਪੰਜਾਬੀਆਂ ਨੂੰ ਦੇਸ਼ ਦੀ ਆਜ਼ਾਦੀ ਦੇ ਲਈ ਜਾਨ ਵਾਰਨ ਦਾ ਪਾਠ ਪੜ੍ਹਾਇਆ। ਉਸ ਤੋਂ ਬਾਅਦ ਹੈ ਜੈਤੋ ਦੇ ਮੋਰਚੇ ਦਾ ਹਾਲ। ਜੈਤੋ ਦਾ ਮੋਰਚਾ ਜਿਹੜਾ ਸੀਗਾ 1923 ਦੇ ਵਿੱਚ ਲਗਾਇਆ ਗਿਆ। ਇਸ ਕਾਰਨਾਂ ਅਤੇ ਘਟਨਾਵਾਂ ਦਾ ਵਰਣਨ ਇਸ ਤਰ੍ਹਾਂ ਹੈ ਕਿ ਕਾਰਨ
ਨਾਭਾ ਦੇ ਮਹਾਰਾਜਾ ਜਿਹੜੇ ਸਰਦਾਰ ਰੁਦਰਮਨ ਸਿੰਘ ਜੀ ਸਿੱਖਾਂ ਦਾ ਬਹੁਤ ਵੱਡਾ ਹੈਸੀਅਤ ਸੀ। ਇਸ ਦੇ ਲਈ ਨਾ ਸਿਰਫ ਸਿੱਖਾਂ ਦੇ ਲਈ ਸਗੋਂ ਪੂਰੇ ਦੇਸ਼ ਦੇ ਲਈ ਸਤਿਕਾਰ ਹੋਣ ਲੱਗਾ। ਇਹ ਗੱਲ ਜਿਹੜੀ ਅੰਗਰੇਜ਼ੀ ਸਰਕਾਰ ਨੂੰ ਚੰਗੀ ਨਾ ਲੱਗੀ ਤਾਂ ਉਹਨਾਂ ਨੇ ਅੰਗਰੇਜ਼ਾਂ ਨੇ ਕਿਸੇ ਨਾ ਕਿਸੇ ਬਹਾਨੇ ਉਸ ਨੂੰ ਬੇਇੱਜ਼ਤ ਕਰਨਾ ਚਾਹੁੰਦੀ ਸੀ। ਵਿਸ਼ਵ ਦੇ ਪਹਿਲੇ ਯੁੱਧ ਸਮੇਂ ਅੰਗਰੇਜ਼ਾਂ ਨੂੰ ਉਹ ਮੌਕਾ ਮਿਲ ਗਿਆ ਕਿਉਂਕਿ ਉਸ ਯੁੱਧ ਦੇ ਵਿੱਚ ਮਹਾਰਾਜਾ ਨੇ ਆਪਣੀ ਸੈਨਾ ਭੇਜਣ ਤੋਂ ਇਨਕਾਰ ਕਰ ਦਿੱਤਾ ਸੀ। ਉੱਧਰ ਪਟਿਆਲਾ ਦੇ ਰਾਜਾ ਭੁਪਿੰਦਰ ਸਿੰਘ ਅਤੇ ਮਹਾਰਾਜਾ ਰੁਦਰਮਨ ਸਿੰਘ ਦੇ ਵਿਚਕਾਰ ਝਗੜਾ ਚੱਲ ਪਿਆ। ਅੰਗਰੇਜ਼ਾਂ ਨੇ ਮਹਾਰਾਜਾ ਪਟਿਆਲੇ ਰਾਹੀਂ ਰੁਦਰਮਨ ਨੂੰ ਦੇ ਖਿਲਾਫ ਕਈ ਮੁਕੱਦਮੇ ਬਣਾ ਦਿੱਤੇ। ਫਲਸਰੂਪ ਮਹਾਰਾਜਾ ਰੁਦਰਮਨ ਨੂੰ ਉਹਨਾਂ ਦੀ ਗੱਦੀ ਤੋਂ ਲਾ ਦਿੱਤਾ ਗਿਆ। ਘਟਨਾਵਾਂ ਸਿੱਖ ਮਹਾਰਾਜ ਦੇ ਨਾਲ ਹੋਏ ਭੈੜੇ ਵਤੀਰੇ ਦਾ ਕਾਰਨ ਗੁੱਸੇ ਵਿੱਚ ਆ ਗਏ। ਸ਼੍ਰੋਮਣੀ ਕਮੇਟੀ ਦੀ ਅਗਵਾਈ ਦੇ ਵਿੱਚ ਸਿੱਖਾਂ ਨੇ ਰੋਸ ਦਿਵਸ ਮਨਾਉਣ ਦਾ ਫੈਸਲਾ ਕੀਤਾ, ਪਰ ਪੁਲਿਸ ਨੇ ਬਹੁਤ ਸਾਰੇ ਬੰਦਿਆਂ ਨੂੰ ਫੜ ਲਿਆ ਅਤੇ ਜੈਤੋ ਦੇ ਗੁਰਦੁਆਰੇ ਗੰਗਸਰ ਦੇ ਵਿੱਚ ਕਬਜ਼ਾ ਕਰ ਲਿਆ। ਫਿਰ ਇਸ ਗੁਰਦੁਆਰੇ ਦੇ ਵਿੱਚ ਅਖੰਡ ਪਾਠ ਹੋ ਰਿਹਾ ਸੀ। ਪੁਲਿਸ ਕਾਰਵਾਈ ਕਾਰਨ ਅਖੰਡ ਪਾਠ ਰੁਕ ਗਿਆ ਤੇ ਇਸ ਘਟਨਾ ਦੇ ਕਾਰਨ ਸਿੱਖ ਹੋਰ ਵੀ ਭੜਕ ਉੱਠੇ ਤੇ ਉਹਨਾਂ ਨੇ ਅੰਗਰੇਜ਼ਾਂ ਨੂੰ ਟੱਕਰਾ ਲੈਣ ਦੇ ਲਈ ਆਪਣਾ ਮੋਰਚਾ ਬਣਾ ਲਿਆ। ਤੇ 15 ਸਤੰਬਰ 1923 ਨੂੰ 25 ਸਿੱਖਾਂ ਦਾ ਇੱਕ ਜੱਥਾ ਜੈਤੋ ਭੇਜਿਆ ਗਿਆ, ਜਿਸ ਦੇ ਵਿੱਚ 6 ਮਹੀਨੇ ਤੱਕ 25 ਸਿੱਖਾਂ ਨੂੰ ਜੱਥੇ ਦੇ ਵਿੱਚ ਲਗਾਤਾਰ ਜੈਤੋ ਜਾਂਦੇ ਗਏ। ਸਰਕਾਰ ਨੇ ਉਹਨਾਂ ਜੱਥਿਆਂ ਦੇ ਅਤਿਆਚਾਰ ਕਰਦੀ ਰਹੀ। ਮੋਰਚਾ ਲੰਬਾ ਹੋਣ ਦਾ ਵੇਖ ਕੇ ਸ਼੍ਰੋਮਣੀ ਕਮੇਟੀ ਨੇ 500 ਦੇ ਜੱਥੇ ਨੂੰ ਭੇਜਣਾ ਦਾ ਪ੍ਰੋਗਰਾਮ ਬਣਾਇਆ। 500 ਸਿੱਖਾਂ ਨੇ ਪਹਿਲਾ ਜਥੇਦਾਰ ਊਧਮ ਸਿੰਘ ਦੀ ਅਗਵਾਈ ਦੇ ਵਿੱਚ ਅਕਾਲ ਤਖਤ ਤੋਂ ਚੱਲਿਆ ਅਤੇ ਜੱਥੇ ਦੇ ਨਾਲ ਹਜ਼ਾਰਾਂ ਲੋਕਾਂ ਨੇ ਮਾਂਝਾ ਦੁਆਬਾ ਹੁੰਦੇ ਹੋਏ ਨਾਭਾ ਰਿਆਸਤੀ ਹੱਦ ਦੇ ਵਿੱਚ ਦਾਖਲ ਹੋਏ। ਇਹ ਜੱਥਾ ਗੁਰਦੁਆਰਾ ਗੰਗਸਰ ਦੇ ਇੱਕ ਫਲਾਂਗਸਰ ਦੀ ਦੂਰੀ 'ਤੇ ਸੀ ਤੇ ਅੰਗਰੇਜ਼ ਸਰਕਾਰ ਨੇ ਮਸ਼ੀਨ ਗੰਨਾਂ ਨੇ ਗੋਲੀਆਂ ਬਰਸਾਉਣੀਆਂ ਸ਼ੁਰੂ ਕਰ ਦਿੱਤੀਆਂ। ਗੋਲੀਆਂ ਦੇ ਵਾਛਾੜ ਤੋਂ ਡਰ ਕੇ ਵੀ ਸਿੱਖ ਵੀ ਪਿੱਛੇ ਨਹੀਂ ਹਟੇ ਤੇ ਇਸ ਗੋਲੀਬਾਰੀ ਦੇ ਵਿੱਚ ਅਨੇਕਾਂ ਸਿੱਖ ਸ਼ਹੀਦ ਹੋਏ। ਜੈਤੋ ਦਾ ਮੋਰਚਾ 2 ਸਾਲ ਚੱਲਦਾ ਰਿਹਾ। 500 ਸਿੱਖ ਜੱਥਾ ਉੱਥੇ ਆਉਂਦੇ ਰਹੇ ਅਤੇ ਆਪਣੀਆਂ ਕੁਰਬਾਨੀਆਂ ਦਿੰਦੇ ਰਹੇ। ਪੰਜਾਬ ਦੇ ਬਾਹਰੋਂ ਕਲਕੱਤਾ, ਕੈਨੇਡਾ, ਸ਼ੰਘਾਈ, ਹਾਂਗਕਾਂਗ ਦੇ ਜੱਥੇ ਵੀ ਜੈਤੋ ਦੇ ਵਿੱਚ ਵਿਖੇ ਪਹੁੰਚੇ। ਅੰਤ ਦੇ ਵਿੱਚ ਬੇਵੱਸ ਹੋ ਕੇ ਗੁਰਦੁਆਰੇ ਤੋਂ ਪੁਲਿਸ ਨੂੰ ਪਹਿਰਾ ਹਟਾਉਣਾ ਲੈ ਗਿਆ ਤੇ 1925 ਦੇ ਵਿੱਚ ਸਰਕਾਰ ਨੇ ਗੁਰਦੁਆਰਾ ਐਕਟ ਪਾਸ ਕਰਨਾ ਪਿਆ ਅਤੇ ਅਕਾਲੀਆਂ ਨੂੰ ਜੈਤੋ ਦਾ ਮੋਰਚਾ ਖਤਮ ਕਰ ਦਿੱਤਾ। ਤਾਂ ਇਸ ਤਰੀਕੇ ਨਾਲ ਜਿਹੜੇ ਸਿੱਖ ਸੀਗੇ ਉਹਨਾਂ ਨੇ ਆਪਣਾ ਜਿਹੜਾ ਇਤਿਹਾਸ ਦੇ ਵਿੱਚ ਆਪਣਾ ਨਾਮ ਦਰਜ ਕਰਾਇਆ ਤੇ ਆਪਣੀ ਦਲੇਰੀ ਤੇ ਆਪਣੇ ਸਾਹਸ ਦੇ ਨਾਲ ਜਿਹੜੀ ਅੰਗਰੇਜ਼ ਸਰਕਾਰ ਸੀ ਉਹਨੂੰ ਹਿਲਾਇਆ ਤੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ। ਤੇ ਅੱਜ ਵੀ ਜਿਹੜੇ ਸਿੱਖ ਨੇ ਉਹਨਾਂ ਨੂੰ ਉਹਨਾਂ ਦੀ ਬਹਾਦਰੀ ਤੇ ਉਹਨਾਂ ਦੀ ਨਿਡਰਤਾ ਲਈ ਜਾਣਿਆ ਜਾਂਦਾ ਵਾ। ਇਹ ਸੀ ਅੱਜ ਦਾ ਸੈਸ਼ਨ। ਆਈ ਹੋਪ ਤੁਹਾਨੂੰ ਪਸੰਦ ਆਇਆ ਹੋਊਗਾ। ਇਸ ਦੇ ਵਿੱਚ ਅਸੀਂ ਹਿਸਟਰੀ ਦਾ ਪੂਰਾ ਪਾਰਟ ਹੁਣ ਤੱਕ ਕਵਰ ਕਰ ਚੁੱਕੇ ਹਾਂ ਤੇ ਜਿਹੜੇ ਬੱਚਿਆਂ ਨੇ ਨਹੀਂ ਦੇਖਿਆ ਤਾਂ ਉਹ ਸਟਾਰਟਿੰਗ ਤੋਂ ਮੇਰੀ YouTube ਦੀ ਵੀਡੀਓਜ਼ ਦੇਖ ਸਕਦੇ ਨੇ। ਮੈਂ ਉਹਨਾਂ ਲਈ ਪਲੇਲਿਸਟ ਬਣਾਈ ਹੋਈ ਆ ਤਾਂ ਪਲੇਲਿਸਟ ਦੇ ਵਿੱਚ ਆ ਕੇ ਉਹ ਰੈਗੂਲਰਲੀ ਬੇਸ ਦੇ ਉੱਤੇ ਇਹ ਵੀਡੀਓਜ਼ ਦੇਖ ਕੇ ਤੇ ਆਪਣੀ ਕਾਪੀਜ਼ ਤੇ ਆਪਣੇ ਹੋਰ ਵੀ ਜਿਹੜੇ ਨੋਟਸ ਨੇ ਉਹ ਪ੍ਰਪੇਅਰ ਕਰ ਸਕਦੇ ਆ। ਥੈਂਕਸ ਅ ਲੋਟ ਵਾਚਿੰਗ ਫॉर ਮਾਈ ਸੈਸ਼ਨ।